ਅਕੈਡਮੀ ਦੇਖ ਰਹੇ ਸਾਰੇ ਹੀ ਵਿਦਿਆਰਥੀਆਂ ਦਾ ਧੰਨਵਾਦ। ਆਪਾਂ ਜਿਹੜਾ ਹੈਗਾ ਕੱਲ ਗੁਪਤ ਸਾਮਰਾਜ ਦਾ ਪਹਿਲਾ ਪਾਰਟ ਕੀਤਾ ਸੀ। ਅੱਜ ਆਪਾਂ ਇਸ ਦਾ ਦੂਜਾ ਪਾਰਟ ਕਰਾਂਗੇ। ਕੱਲ ਵਾਲੀ ਜਿਹੜੀ ਵੀਡੀਓ ਜੇ ਕਿਸੇ ਨੇ ਨਹੀਂ ਦੇਖੀ ਤਾਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦਾ ਹੈ। ਉੱਪਰ ਆਈ ਬਟਨ ਦੇ ਉੱਪਰ ਵੀ ਲਿੰਕ ਦੇ ਦਿੱਤਾ ਜਾਵੇਗਾ ਵੀਡੀਓ ਦਾ, ਅਤੇ ਉੱਥੋਂ ਤੁਸੀਂ ਜਿਹੜੀ ਹੈਗੀ ਵੀਡੀਓ ਓਪਨ ਕਰਕੇ ਪਹਿਲਾ ਵਾਲਾ ਪਾਰਟ ਵੀ ਦੇਖ ਸਕਦੇ ਹੋ। ਇਹ ਗੁਪਤ ਸਾਮਰਾਜ ਦਾ ਦੂਜਾ ਪਾਰਟ ਹੈ, ਜਿਹਦੇ ਵਿੱਚ ਪ੍ਰਸ਼ਾਸਨਿਕ ਵਿਵਸਥਾ ਅਤੇ ਰਚਨਾਵਾਂ, ਜਿਹੜਾ ਸਾਹਿਤ ਹੈ ਗੁਪਤਾਂ ਦਾ, ਜਿਹੜੇ ਸਾਡੇ ਕੋਲ ਸਰੋਤ ਹੈ, ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਸੋ ਜ਼ਿਆਦਾ ਦੇਰੀ ਨਾ ਕਰਦੇ ਹੋਏ ਆਓ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ। ਜੁੜੇ ਰਹੋ ਨਾਨਕ ਅਕੈਡਮੀ ਚੈਨਲ ਦੇ ਨਾਲ। ਆਪਾਂ ਕੱਲ੍ਹ ਕੀਤਾ ਸੀਗਾ ਜੀ ਉਜੈਨ ਸਭ ਤੋਂ ਵੱਧ ਮਹੱਤਵਪੂਰਨ ਵਪਾਰਕ ਕੇਂਦਰ ਸੀ ਉਸ ਟਾਈਮ ਦਾ। ਅਗਲਾ ਪੁਆਇੰਟ ਆਪਣਾ ਹੈਗਾ ਜੀ, ਜਿਹੜਾ ਗੁਪਤਾਂ ਨੇ ਸਭ ਤੋਂ ਵੱਧ ਸੋਨੇ ਦੇ ਸਿੱਕੇ ਜਾਰੀ ਕੀਤੇ, ਜਿਨ੍ਹਾਂ ਨੂੰ ਅਭਿਲੇਖਾਂ ਵਿੱਚ ਦਿਨਾਰ ਕਿਹਾ ਗਿਆ ਹੈ। ਠੀਕ ਹੈ ਜੀ, ਗੁਪਤਾਂ ਨੇ ਸਭ ਤੋਂ ਵੱਧ ਸੋਨੇ ਦੇ ਸਿੱਕੇ ਜਾਰੀ ਕੀਤੇ ਹੈ, ਇਹਨੂੰ ਨੋਟ ਕਰ ਲਿਓ। ਜਿਹੜੇ ਸਭ ਤੋਂ ਵੱਧ ਸੋਨੇ ਦੇ ਸਿੱਕੇ ਜਾਰੀ ਕਰਨ ਵਾਲਾ ਜਿਹੜਾ ਸਾਮਰਾਜ ਹੈ ਜਾਂ ਜਿਹੜਾ ਵੰਸ਼ ਹੈ ਉਹ ਗੁਪਤ ਹੈ, ਅਤੇ ਇਹ ਅਭਿਲੇਖਾਂ ਦੇ ਵਿੱਚ ਇਹਨਾਂ ਨੂੰ ਦਿਨਾਰ ਕਿਹਾ ਗਿਆ, ਸਿੱਕਿਆਂ ਨੂੰ ਦਿਨਾਰ ਕਿਹਾ ਗਿਆ। ਪਹਿਲੀ ਵਾਰ ਸਤੀ ਹੋਣ ਦਾ ਸਬੂਤ ਹੈ ਜਿਹੜਾ ਸਾਨੂੰ ਭਾਨੂ ਗੁਪਤ ਦੇ ਰੇਨ ਜਿਹੜਾ ਹੈਗਾ ਓਰੇਨ ਅਭਿਲੇਖ ਹੈ, ਇਸ ਤੋਂ ਮਿਲਦਾ ਹੈ। ਇਸ ਵਿੱਚ ਭੋਜ ਰਾਜ ਹੈ, ਉਹਦੀ ਮੌਤ ਹੁੰਦੀ ਹੈ ਜਦੋਂ, ਤਾਂ ਉਸ ਦੀ ਪਤਨੀ ਸਤੀ ਹੁੰਦੀ ਹੈ। ਸਭ ਤੋਂ ਪਹਿਲਾਂ ਜੇ ਆਪਾਂ ਦੇਖਾਂਗੇ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਜੇ ਕੋਈ ਇਸਤਰੀ ਸਤੀ ਹੋਈ ਹੈ ਤਾਂ ਉਹਦਾ ਪ੍ਰੂਫ ਸਾਨੂੰ ਜਿਹੜਾ ਹੈਗਾ ਭਾਨੂ ਗੁਪਤ ਦੇ ਏਰੋਨ ਅਭਿਲੇਖ ਤੋਂ ਮਿਲਦਾ ਹੈ, ਜਿਹੜੇ ਦੇ ਵਿੱਚ ਇੱਕ ਭੋਜ ਰਾਜ ਨਾਮ ਦਾ ਰਾਜਾ ਹੈ, ਜਦੋਂ ਉਹਦੀ ਮੌਤ ਹੁੰਦੀ ਹੈ ਤਾਂ ਉਸ ਦੀ ਪਤਨੀ ਸਤੀ ਹੁੰਦੀ ਹੈ। ਇਹ ਵਰਣਨ ਸਾਨੂੰ ਮਿਲਦਾ ਹੈ ਇਸ ਅਭਿਲੇਖ ਤੋਂ। ਇਹ ਵੀ ਬਹੁਤ ਇੰਪੋਰਟੈਂਟ ਗੱਲ ਹੈ। ਅੱਗੇ ਹੈਗਾ ਜੀ ਗੁਪਤ ਸ਼ਾਸਕ ਹੈ ਜਿਹੜੇ ਉਹ ਵੈਸ਼ਨਵ ਮਤ ਦੇ ਭਗਤ ਸਨ। ਹੁਣ ਜਿਹੜੇ ਗੁਪਤ ਸ਼ਾਸਕ ਹੈ ਇਹ ਸਾਰੇ ਜਿਹੜੇ ਹੈਗੇ ਆ ਵੈਸ਼ਨਵ ਮਤ ਨੂੰ ਮੰਨਦੇ ਸੀ, ਜਾਣੀ ਕਿ ਵਿਸ਼ਨੂੰ ਭਗਤ ਸੀਗੇ। ਅੱਗੇ ਹੈਗਾ ਜੀ ਗੁਪਤਾਂ ਦੇ ਸਮੇਂ ਅਜੰਤਾ ਅਤੇ ਇਲੋਰਾ ਦੀਆਂ ਗੁਫਾਵਾਂ ਦਾ ਨਿਰਮਾਣ ਹੋਇਆ। ਹੁਣ ਦੇਖੋ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਇਲੋਰਾ ਅਤੇ ਅਜੰਤਾ ਦੀਆਂ ਗੁਫਾਵਾਂ ਉਹਨਾਂ ਦਾ ਨਿਰਮਾਣ ਗੁਪਤਾਂ ਸਮੇਂ ਹੋਇਆ। ਇਹਦੇ ਵਿੱਚ ਕੀ ਹੈ, ਜਿਹੜੀਆਂ ਅਜੰਤਾ ਦੀਆਂ ਗੁਫਾਵਾਂ ਉਹ ਬੁੱਧ ਧਰਮ ਦੀ ਮਹਾਯਾਨ ਸ਼ਾਖਾ ਨਾਲ ਸੰਬੰਧਿਤ ਹੈ। ਭਾਵ ਕੀ ਹੈ, ਜਿਹੜੀਆਂ ਅਜੰਤਾ ਦੀਆਂ ਗੁਫਾਵਾਂ ਉਹਨਾਂ ਦੇ ਵਿੱਚ ਸਾਨੂੰ ਬੁੱਧ ਧਰਮ ਦੀ ਮਹਾਯਾਨ ਸ਼ਾਖਾ ਦੇ ਜਿਹੜੇ ਹੈਗੇ ਆ ਵਰਣਨ, ਜਾਂ ਜਿਹੜਾ ਉਹਨਾਂ ਦਾ ਹੈਗਾ ਆਪਾਂ ਕਹਿ ਸਕਦੇ ਹਾਂ ਪ੍ਰਬੰਧ ਹੈ, ਜਿਹੜਾ ਉਹਨਾਂ ਦਾ ਸਿਸਟਮ ਹੈ, ਜਿਹੜਾ ਉਹਨਾਂ ਦਾ ਜਿਹੜੇ ਉਹਨਾਂ ਦੇ ਧਾਰਮਿਕ ਰਿਵਾਜ਼ ਹੈ, ਉਹਨਾਂ ਬਾਰੇ ਸਾਨੂੰ ਜਾਣਕਾਰੀ ਇਹਨਾਂ 'ਚੋਂ ਮਿਲਦੀ ਹੈ। ਜਿਹੜੀਆਂ ਹੈਗੀਆਂ ਮੂਰਤੀਕਾਰ ਹੋਏ ਵੇ ਇਮੇਜ ਵਗੈਰਾ ਬਣੀਆਂ ਵੀਆਂ, ਤਾਂ ਇਹ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਅਜੰਤਾ ਅਤੇ ਇਲੋਰਾ ਦੀਆਂ ਗੁਫਾਵਾਂ ਦਾ ਨਿਰਮਾਣ ਕਦੋਂ ਹੋਇਆ? ਗੁਪਤਾਂ ਦੇ ਸਮੇਂ 'ਤੇ ਹੋਇਆ। ਠੀਕ ਹੈ ਜੀ। ਅਤੇ ਜਿਹੜੀ ਅਜੰਤਾ ਦੀਆਂ ਗੁਫਾਵਾਂ ਉਹਨਾਂ ਦੇ ਵਿੱਚ ਬੁੱਧ ਧਰਮ ਦੀ ਮਹਾਯਾਨ ਸ਼ਾਖਾ ਜਿਹੜੀ, ਉਹਦੇ ਬਾਰੇ ਸਾਨੂੰ ਵਰਣਨ ਜਾਂ ਉਹਦੇ ਬਾਰੇ ਆਪਾਂ ਕਹਿ ਸਕਦੇ ਹਾਂ ਕਿ ਸਾਨੂੰ ਜਾਣਕਾਰੀ ਮਿਲਦੀ ਹੈ ਸਰੋਤ ਦੇ ਤੌਰ 'ਤੇ ਇਤਿਹਾਸ ਦੇ ਪੱਖੋਂ। ਅੱਗੇ ਹੈਗਾ ਜੀ ਸਾਡਾ ਇਸ ਸਮੇਂ ਆਰੀਆ ਭੱਟ ਨੇ ਆਰੀਆ ਭੱਟਮ ਅਤੇ ਸੂਰਜ ਸਿਧਾਂਤ ਨਾਮੀ ਗ੍ਰੰਥ ਲਿਖੇ। ਹੁਣ ਦੇਖੋ ਮੋਸਟ ਇੰਪੋਰਟੈਂਟ ਇਹ ਹੈ ਕਿ ਆਰੀਆ ਭੱਟ ਨਾਂ ਦਾ ਜਿਹੜਾ ਉਦੋਂ ਦਾ ਵਿਗਿਆਨੀ ਹੈ, ਇੱਕ ਤਰ੍ਹਾਂ ਦਾ ਵਿਦਵਾਨ ਹੈ, ਉਹਨੇ ਆਰੀਆ ਭੱਟਮ ਅਤੇ ਸੂਰਜ ਸਿਧਾਂਤ ਨਾਂ ਦੇ ਗ੍ਰੰਥ ਲਿਖੇ ਆ। ਅੱਗੇ ਹੈਗਾ ਜੀ ਪੁਰਾਣਾ ਅਤੇ ਮਹਾਂਭਾਰਤ ਦੀ ਵਰਤਮਾਨ ਰੂਪ ਵਿੱਚ ਰਚਨਾ ਗੁਪਤਾਂ ਦੇ ਸਮੇਂ ਹੋਈ ਹੈ। ਜਿਹੜੇ ਪੁਰਾਣ ਹੈ ਅਤੇ ਮਹਾਂਭਾਰਤ ਹੈ ਉਹਨਾਂ ਦੀ ਜਿਹੜੇ ਵਰਤਮਾਨ ਰੂਪ ਦੇ ਵਿੱਚ ਸਾਨੂੰ ਮਿਲਦੇ ਆ, ਉਹ ਰਚਨਾ ਜਿਹੜੀ ਹੈਗੀ ਆ ਉਹ ਗੁਪਤਾਂ ਦੇ ਟਾਈਮ 'ਤੇ ਹੋਈ ਹੈ। ਪਹਿਲਾਂ ਵੀ ਉਹ ਹੈਗੇ ਆ ਰਿਟਨ ਦੇ ਵਿੱਚ, ਪਰ ਪਹਿਲਾਂ ਜਿਹੜਾ ਉਹਨਾਂ ਦਾ ਰੂਪ ਹੈ ਜਾਂ ਉਹਨਾਂ ਦਾ ਜਿਹੜਾ ਢੰਗ ਤਰੀਕਾ ਉਹ ਹੋਰ ਤਰ੍ਹਾਂ ਦਾ। ਪਰ ਗੁਪਤਾਂ ਦੇ ਸਮੇਂ ਜਿਹੜਾ ਢੰਗ ਤਰੀਕਾ ਉਹਨੂੰ ਭਾਵ ਉਦੋਂ ਦੇ ਟਾਈਮ 'ਤੇ ਜਿਹੜੀ ਮੋਡਰਨਾਈਜੇਸ਼ਨ ਮਿਲਦੀ ਹੈ, ਉਹਨੂੰ ਆਧੁਨਿਕਤਾ ਮਿਲਦੀ ਹੈਗੀ ਪੁਰਾਣਾ ਨੂੰ ਅਤੇ ਮਹਾਂਭਾਰਤ ਨੂੰ, ਉਹ ਆਪਾਂ ਨੂੰ ਅਜੋਕੇ ਰੂਪ 'ਚ ਦੇਖਣ ਨੂੰ ਮਿਲਦੀ ਹੈ। ਜਿਹੜੀ ਵੀ ਰਚਨਾ ਹੈ, ਭਾਵ ਦਾ ਲਿਖਾਈ ਦਾ ਢੰਗ, ਲਿਖਣ ਦਾ ਢੰਗ, ਜਿਹੜੇ ਉਹਦੇ 'ਚ ਵਰਣਨ ਹੈ, ਠੀਕ ਹੈ ਜੀ, ਸ਼ੁਰੂ ਤੋਂ ਲੈ ਕੇ ਐਂਡ ਤੱਕ, ਉਹ ਸਾਰਾ ਜਿਹੜਾ ਹੈਗਾ ਇਹ ਗੁਪਤਾਂ ਦੇ ਟਾਈਮ 'ਤੇ ਹੁੰਦਾ ਹੈ ਇਹ ਰਚਨਾ ਦਾ ਕੰਮ। ਸੰਸਕ੍ਰਿਤ ਹੈ ਜਿਹੜੀ ਗੁਪਤਾਂ ਦੀ ਦਰਬਾਰੀ ਭਾਸ਼ਾ ਹੈ। ਸੰਸਕ੍ਰਿਤ ਕੀ ਹੈ ਜੀ? ਗੁਪਤਾਂ ਦੀ ਦਰਬਾਰੀ ਭਾਸ਼ਾ। ਜਿਵੇਂ ਆਪਾਂ ਪਹਿਲਾਂ ਦੇਖਦੇ ਹਾਂ ਨਾ ਕਿ ਮੌਰੀਆ ਦੇ ਟਾਈਮ 'ਤੇ ਜਿਹੜੀ ਭਾਸ਼ਾ ਡਿਵੈਲਪ ਹੁੰਦੀ ਹੈ ਬੁੱਧ ਧਰਮ ਦੇ ਵਿੱਚ, ਜਿਵੇਂ ਪਾਲੀ ਭਾਸ਼ਾ ਡਿਵੈਲਪ ਹੁੰਦੀ ਹੈ, ਜਿਵੇਂ ਕਈ ਉਪ ਭਾਸ਼ਾਵਾਂ ਅਤੇ ਉਪ ਭਾਸ਼ਾਵਾਂ ਜਿਹੜੀਆਂ ਹੈਗੀਆਂ ਚੱਲਦੀਆਂ ਰਹਿੰਦੀਆਂ। ਤਾਂ ਸੰਸਕ੍ਰਿਤ ਜਿਹੜੀ ਭਾਸ਼ਾ ਹੈਗੀ, ਜਦੋਂ ਆਰੀਅਨ ਆਉਂਦੇ ਆ ਨਾ, ਸਭ ਤੋਂ ਪਹਿਲਾਂ ਆਰੀਅਨ ਜਿਹੜੀ ਉਹਨਾਂ ਦੀ ਭਾਸ਼ਾ ਸੰਸਕ੍ਰਿਤ ਆ, ਤਾਂ ਉਵੇਂ ਹੀ ਸੰਸਕ੍ਰਿਤ ਭਾਸ਼ਾ ਨੂੰ ਅਡੋਪਟ ਕਰਕੇ ਜਿਹੜੇ ਹੈਗੇ ਗੁਪਤ ਉਹ ਆਪਦੀ ਦਰਬਾਰੀ ਭਾਸ਼ਾ ਬਣਾਉਂਦੇ ਆ। ਅੱਗੇ ਹੈਗਾ ਜੀ ਗੁਪਤ ਕਾਲ ਸਮੇਂ ਚਾਂਦੀ ਦੇ ਸਿੱਕੇ ਨੂੰ ਰੁਪਕਾ ਕਿਹਾ ਜਾਂਦਾ ਸੀ। ਹੁਣ ਦੇਖੋ ਚਾਂਦੀ ਦੇ ਸਿੱਕੇ ਨੂੰ ਕੀ ਕਿਹਾ ਜਾਂਦਾ ਸੀ ਗੁਪਤਾਂ ਦੇ ਸਮੇਂ? ਰੁਪਕਾ। ਰੁਪਕਾ ਹੀ ਹੈ ਜਿਹੜਾ ਸ਼ਬਦ, ਇਹ ਹੈਗਾ
ਚਾਂਦੀ ਦੇ ਸਿੱਕੇ ਲਈ ਵਰਤਿਆ ਗਿਆ ਗੁਪਤਾਂ ਦੇ ਟਾਈਮ ਤੇ। ਮੰਦਰ ਬਣਾਉਣ ਦੀ ਕਲਾ ਦਾ ਜਨਮ ਵੀ ਗੁਪਤ ਕਾਲ ਵਿੱਚ ਹੋਇਆ। ਆਪਾਂ ਕੱਲ੍ਹ ਵਾਲੀ ਕਲਾਸ 'ਚ ਵੀ ਗੱਲ ਕੀਤੀ ਸੀ ਕਿ ਜਿਹੜੇ ਮੰਦਰ ਨਿਰਮਾਣ ਹੈ, ਮੰਦਰ ਬਣੇ ਆ ਜਿਹੜੇ, ਉਹ ਜਿਹੜੀ ਸੰਸਕ੍ਰਿਤੀ ਹੈ ਜਾਂ ਜਿਹੜੀ ਉਹ ਆਪਾਂ ਕਹਿ ਸਕਦੇ ਹਾਂ ਕਿ ਇਮਾਰਤ ਸਾਜੀ ਹੈ, ਉਹ ਇਹਨਾਂ ਦੇ ਗੁਪਤਾਂ ਦੇ ਟਾਈਮ 'ਤੇ ਹੋਇਆ, ਸ਼ੁਰੂ ਹੋਈ ਹੈ। ਅੱਗੇ ਹੈਗਾ ਜੀ ਕਾਲੀਦਾਸ ਦੀਆਂ ਰਚਨਾਵਾਂ। ਆਪਾਂ 9 ਰਤਨਾਂ 'ਚੋਂ ਕੱਲ੍ਹ ਪੜ੍ਹਿਆ ਸੀ, ਮੋਸਟ ਇੰਪੋਰਟੈਂਟ ਇਹ ਉਦੋਂ ਦਾ ਕਵੀ ਹੈ। ਇਹਦੀਆਂ ਰਚਨਾਵਾਂ ਜਿਹੜੀਆਂ ਸਿੱਧੀਆਂ ਕਈ ਵਾਰੀ ਰਚਨਾਵਾਂ ਦਾ ਰਚਨਾ ਦਾ ਨਾਂ ਪੁੱਛ ਕੇ ਕਹਿ ਦਿੰਦੇ ਕਿਹਦੀ ਰਚਨਾ ਹੈ, ਅਤੇ ਜਾਂ ਸਾਨੂੰ ਕਾਲੀਦਾਸ ਦੀਆਂ ਰਚਨਾਵਾਂ ਚੁਣੋ ਕਿਹੜੀ ਰਚਨਾ, ਇਹਨਾਂ ਵਿੱਚੋਂ ਇੱਕ ਰਚਨਾ ਦੇ ਦਿੰਦੇ ਆ। ਤਾਂ ਕਰਕੇ ਇਹਨਾਂ ਰਚਨਾਵਾਂ ਨੂੰ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ। ਕਾਲੀਦਾਸ ਦੀਆਂ ਰਚਨਾਵਾਂ ਦੇਖੋ, ਅਭਿਗਿਆਨ ਸ਼ਕੁੰਤਲਮ, ਵਿਕਰਮ ਉਰਵਸ਼ੀ, ਮਾਲਵਿਕਾਗਨੀ ਮਿੱਤਰ, ਰਿਤੂ ਸੰਹਾਰ, ਰਘੂਵੰਸ਼ ਅਤੇ ਮੇਘਦੂਤ। ਇਹ ਰਚਨਾਵਾਂ ਜਿਹੜੀਆਂ ਇਹ ਕਾਲੀਦਾਸ ਦੀਆਂ ਗੀਆਂ। ਅਭਿਗਿਆਨ ਸ਼ਕੁੰਤਲਮ, ਵਿਕਰਮ ਉਰਵਸ਼ੀ, ਮਾਲਵਿਕਾਗਨੀ ਮਿੱਤਰ, ਰਿਤੂ ਸੰਹਾਰ, ਰਘੂਵੰਸ਼ ਅਤੇ ਮੇਘਦੂਤ ਕਾਲੀਦਾਸ ਦੀਆਂ ਰਚਨਾਵਾਂ ਹਨ। ਅੱਗੇ ਆ ਜਾਓ ਜੀ, ਜਿਹੜਾ ਵਿਸ਼ਨੂੰ ਸ਼ਰਮਾ ਹੈ, ਵਿਸ਼ਨੂੰ ਸ਼ਰਮਾ ਲੇਖਕ ਹੈ ਉਸ ਟਾਈਮ 'ਤੇ, ਉਹਦੀ ਰਚਨਾ ਹੈਗੀ ਹੈ ਪੰਚਤੰਤਰ। ਬਾਈਬਲ ਤੋਂ ਬਾਅਦ, ਨੌਲੇਜ ਵਾਸਤੇ ਤੁਹਾਨੂੰ ਦੱਸਦਾ ਕਿ ਬਾਈਬਲ ਤੋਂ ਬਾਅਦ ਜੇਕਰ ਸਭ ਤੋਂ ਵੱਧ ਕਿਸੇ ਗ੍ਰੰਥ ਦੀ ਜਿਹੜੀ ਹੈਗੀ ਹੈ ਹੋਰ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋਇਆ ਜਾਂ ਹੋਰ ਭਾਸ਼ਾਵਾਂ ਦੇ ਵਿੱਚ ਉਹਨੂੰ ਜਿਹੜਾ ਹੈਗਾ ਵਿਕਸਿਤ ਕੀਤਾ ਗਿਆ ਤਾਂ ਉਹ ਪੰਚਤੰਤਰ ਹੈ। ਵਿਸ਼ਨੂੰ ਸ਼ਰਮਾ ਦੀ ਰਚਨਾ ਹੈ ਪੰਚਤੰਤਰ। ਪਾਣਨੀ ਹੈ ਜਿਹੜਾ, ਇਹ ਉਦੋਂ ਦਾ ਵਿਦਵਾਨ, ਇਹਨੇ ਅਸ਼ਟਅਧਿਆਇ ਦੀ ਰਚਨਾ ਕੀਤੀ ਹੈ। ਅਸ਼ਟਅਧਿਆਇ ਦੀ ਰਚਨਾ ਕੀਤੀ ਹੈ ਪਾਣਨੀ ਨੇ। ਚੰਦਰਗੋਮੀ ਹੈ ਜਿਹੜਾ, ਇਹਨੇ ਚੰਦਰ ਵਿਆਕਰਨ ਦੀ ਰਚਨਾ ਕੀਤੀ ਹੈ। ਅਮਰ ਸਿੰਘ ਨੇ ਅਮਰਕੋਸ਼ ਲਿਖਿਆ। ਵਿਸ਼ਾਖਾ ਦੱਤ ਨੇ ਮੁਦਰਾ ਰਾਖਸ਼ਸ ਦੀ ਰਚਨਾ ਕੀਤੀ ਹੈ। ਆਰੀਆ ਭੱਟ ਨੇ ਸੰਸਾਰ ਨੂੰ ਇਸ਼ਾਰੀਆ ਪ੍ਰਣਾਲੀ ਤੋਂ ਜਾਣੂ ਕਰਾਇਆ। ਹੁਣ ਆਰੀਆ ਭੱਟ ਨੇ ਕਿਸ ਤੋਂ ਜਾਣੂ ਕਰਾਇਆ? ਇਸ਼ਾਰੀਆ ਪ੍ਰਣਾਲੀ ਤੋਂ। ਦਸ਼ਮਲਵ ਪ੍ਰਣਾਲੀ ਹੈ ਜਿਹੜੀ, ਆਪਾਂ ਉਹਨੂੰ ਕਹਿ ਸਕਦੇ ਹਾਂ, ਉਸ ਤੋਂ ਜਿਹੜਾ ਹੈਗਾ ਸੰਸਾਰ ਨੂੰ ਜਾਣਕਾਰੀ ਦਿੱਤੀ ਹੈ, ਜਾਣੂ ਕਰਵਾਇਆ ਆਪਦੇ ਗ੍ਰੰਥਾਂ ਦੇ ਥਰੂ, ਆਪਦੀਆਂ ਰਚਨਾਵਾਂ ਦੇ ਥਰੂ। ਬ੍ਰਹਮਿਹਰ ਹੈ, ਇਹਨੇ ਬ੍ਰਹਮ ਸੰਹਿਤਾ ਅਤੇ ਯੋਗ ਯਾਤਰਾ ਦੀਆਂ ਨਾਂ ਦੀਆਂ ਰਚਨਾਵਾਂ ਕੀਤੀਆਂ। ਬ੍ਰਹਮਿਹਰ ਨੇ ਕੀ ਲਿਖਿਆ? ਬ੍ਰਹਮ ਸੰਹਿਤਾ, ਯੋਗ ਯਾਤਰਾ। ਬ੍ਰਹਮਗੁਪਤ ਹੈ ਜਿਹੜਾ ਜੀ, ਇਹਨੇ ਕੀ ਕੀਤਾ? ਧਰਤੀ ਦੀ ਆਪਣੇ ਵੱਲ ਖਿੱਚ ਦਾ ਸਿਧਾਂਤ ਦਿੱਤਾ। ਬ੍ਰਹਮਗੁਪਤ ਉਸ ਟਾਈਮ ਦਾ ਵਿਦਵਾਨ ਹੈ। ਇਹਨੇ ਆਪਦੀਆਂ ਰਚਨਾਵਾਂ ਦੇ ਥਰੂ ਇਹ ਸਿਧਾਂਤ ਦਿੱਤਾ ਸੰਸਾਰ ਨੂੰ ਸਭ ਤੋਂ ਪਹਿਲਾਂ ਕਿ ਜਿਹੜੀ ਧਰਤੀ ਹੈ ਉਹ ਹਰ ਇੱਕ ਚੀਜ਼ ਨੂੰ ਆਪਣੇ ਵੱਲ ਖਿੱਚਦੀ ਹੈ। ਗੁਰੂਤਾਕਰਸ਼ਣ ਦਾ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਗੁਰੂਤਾਕਰਸ਼ਣ ਹੈ ਜਿਹੜੀ, ਉਹਦਾ ਸਿਧਾਂਤ ਜਿਹੜਾ ਸਭ ਤੋਂ ਪਹਿਲਾਂ ਦੇਣ ਵਾਲਾ ਬ੍ਰਹਮਗੁਪਤ ਹੈ। ਸੌਰੀ, ਬਾਗਭੱਟ ਹੈ ਜਿਹੜਾ, ਉਸਨੇ ਕੀ ਹੈ, ਸਮੇਂ ਦਾ ਪ੍ਰਸਿੱਧ, ਉਸ ਸਮੇਂ ਦਾ ਪ੍ਰਸਿੱਧ ਚਿਕਿਤਸਕ ਸੀਗਾ। ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਉਸ ਟਾਈਮ ਦਾ ਡਾਕਟਰ ਸੀਗਾ ਬਾਗਭੱਟ। ਅੱਗੇ ਹੈਗਾ ਜੀ ਚੰਦਰਗੁਪਤ ਜਿਹੜਾ ਹੈਗਾ, ਉਹਦਾ ਮਹਿਰੌਲੀ ਦਾ ਲੋਹ ਸਤੰਭ ਹੈ ਜਿਹੜਾ ਕਿ ਦਿੱਲੀ ਵਿੱਚ ਸਥਿਤ ਹੈ। ਇਸ ਨੂੰ ਅਜੇ ਤੱਕ ਜੰਗ ਨਹੀਂ ਲੱਗੀ। ਇਹ ਵੀ ਬਹੁਤ ਇੰਪੋਰਟੈਂਟ ਹੈ ਕਿ ਜਿਹੜਾ ਉਹ ਕਿਹੜਾ ਸਤੰਭ ਹੈ ਜਿਹਨੂੰ ਹਜੇ ਤੱਕ ਜੰਗ ਨਹੀਂ ਲੱਗੀ, ਤਾਂ ਉਹ ਮਹਿਰੌਲੀ ਦਾ ਲੋਹ ਸਤੰਭ ਹੈ। ਜਾਂ ਪੁੱਛ ਲੈਂਦੇ ਹੈ ਲੋਹ ਸਤੰਭ ਜਿਸ ਨੂੰ ਹਜੇ ਤੱਕ ਜੰਗ ਨਹੀਂ ਲੱਗੀ ਕਿਹੜੇ ਰਾਜੇ ਨੇ ਬਣਾਇਆ ਸੀ, ਤਾਂ ਉਹ ਚੰਦਰਗੁਪਤ ਨੇ ਬਣਾਇਆ ਸੀ। ਜਾਂ ਪੁੱਛ ਲੈਂਦੇ ਹੈ ਕਿ ਚੰਦਰਗੁਪਤ ਦੁਆਰਾ ਬਣਾਇਆ ਗਿਆ ਲੋਹ ਸਤੰਭ ਕਿੱਥੇ ਸਥਿਤ ਹੈ, ਤਾਂ ਉਹ ਦਿੱਲੀ 'ਚ ਸਥਿਤ ਹੈ। ਅਜੇ ਤੱਕ ਇਹਨੂੰ ਜੰਗ ਨਹੀਂ ਲੱਗੀ। ਬਹੁਤ ਹੀ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਸਾਇੰਟੀਫਿਕ ਤਰੀਕੇ ਦੇ ਨਾਲ ਬਣਾਇਆ ਹੋਇਆ, ਲੋਹੇ ਦਾ ਹੈਗਾ ਬਣਿਆ ਹੋਇਆ, ਅਤੇ ਪਰ ਅਜੇ ਤੱਕ ਜੰਗ ਨਹੀਂ ਲੱਗੀ। ਕਿੰਨੇ ਜਿਹੜੇ ਹੈਗੇ ਸਾਲ, ਕਿੰਨੇ ਯੁੱਗ ਬੀਤ ਗਏ, ਸਦੀਆਂ ਬੀਤ ਗਈਆਂ। ਅੱਗੇ ਹੈਗਾ ਜੀ ਇਸ ਕਾਲ ਦੀ ਬੁੱਧ ਦੀ ਤਾਂਬੇ ਦੀ ਮੂਰਤੀ ਜਿਹੜੀ ਕਿ 7.5 7.5 ਫੁੱਟ ਉੱਚੀ ਹੈ, ਸੁਲਤਾਨਗੰਜ ਤੋਂ ਮਿਲੀ ਹੈ। ਭਾਵ ਕੀ ਹੈ, ਸਾਨੂੰ ਇਸ ਕਾਲ ਦੇ ਨਾਲ ਸੰਬੰਧਿਤ ਬੁੱਧ ਦੀ ਮੂਰਤੀ ਮਿਲਦੀ ਹੈ ਜਿਹੜੀ ਤਾਂਬੇ ਦੀ ਬਣੀ ਹੋਈ ਹੈ ਅਤੇ 7.5 ਫੁੱਟ ਉੱਚੀ ਹੈਗੀ। ਇਸ ਕਾਲ ਦਾ ਮੱਧ ਪ੍ਰਦੇਸ਼ ਦੇ ਭੀਲਸਾ ਨੇੜੇ ਉਦੈਗਿਰੀ ਦਾ ਮੰਦਿਰ ਪ੍ਰਸਿੱਧ ਹੈ। ਇਸ ਟਾਈਮ 'ਤੇ ਬਣਿਆ ਹੋਇਆ ਮੰਦਿਰ ਹੈ ਜਿਹੜਾ ਭੀਲਸਾ ਦੇ ਨੇੜੇ ਉਦੈਗਿਰੀ ਦੇ ਇਲਾਕੇ ਦੇ ਵਿੱਚ, ਸਟੇਟ ਹੈਗਾ ਮੱਧ ਪ੍ਰਦੇਸ਼। ਉਹ ਮੰਦਿਰ ਉਸ ਟਾਈਮ 'ਤੇ ਉਦੈਗਿਰੀ ਦਾ ਜਿਹੜਾ ਮੰਦਿਰ ਹੈ ਉਹ ਬਹੁਤ ਹੀ ਪ੍ਰਸਿੱਧ ਹੈ, ਮੋਸਟ ਇੰਪੋਰਟੈਂਟ ਹੈ। ਅੱਗੇ ਹੈਗਾ ਜੀ ਮਹਾਵਧੀਕ੍ਰਿਤ, ਸੈਨਾ ਦਾ ਮਹਾਨ ਸੈਨਾਪਤੀ ਸੀ। ਪ੍ਰਸ਼ਾਸਨਿਕ ਵਿਵਸਥਾ ਆ ਗਈ। ਮਹਾਵਧੀਕ੍ਰਿਤ ਹੈ ਜਿਹੜਾ, ਉਹ ਸੈਨਾ ਦਾ ਇੱਕ ਮਹਾਨ ਸੈਨਾਪਤੀ ਹੁੰਦਾ ਸੀ, ਭਾਵ ਮੁੱਖ ਸੈਨਾਪਤੀ ਹੁੰਦਾ ਸੀ। ਉਹਨੂੰ ਕੀ ਕਹਿੰਦੇ ਸੀ? ਮਹਾਵਧੀਕ੍ਰਿਤ। ਅੱਗੇ ਹੈਗਾ ਜੀ ਮਹਾਸੰਧੀ ਵਿਗ੍ਰਹਿਕ, ਵਿਦੇਸ਼ੀ ਮਾਮਲਿਆਂ ਦਾ ਮੰਤਰੀ ਸੀ। ਸੰਧੀ ਤੋਂ ਮਤਲਬ ਵਿਦੇਸ਼ ਮਾਮਲੇ, ਠੀਕ ਹੈ, ਇਹ ਹਿੰਟ ਲੈ ਲਿਓ। ਅੱਗੇ ਹੈਗਾ ਮਹਾ ਪ੍ਰਤੀਹਾਰ ਹੈ ਜਿਹੜਾ, ਇਹ ਸ਼ਾਹੀ ਮਹਿਲ ਦੇ ਮਾਮਲਿਆਂ ਦਾ ਮੰਤਰੀ ਸੀ, ਭਾਵ ਜਿਹੜੇ ਸ਼ਾਹੀ ਮਹਿਲ ਨਾਲ ਰਿਲੇਟਡ ਮਾਮਲੇ ਆਉਂਦੇ ਸੀਗੇ ਉਹਨੂੰ ਕੀ ਕਹਿੰਦੇ ਸੀਗੇ? ਮਹਾਪ੍ਰਤੀਹਾਰ। ਮਹਾਦੰਡ ਨਾਇਕ ਹੈ ਜਿਹੜਾ, ਇਹ ਪੁਲਿਸ ਅਤੇ ਨਿਆਂਇਕ ਵਿਭਾਗ ਦਾ ਮੁਖੀ ਸੀ। ਦੰਡ ਦੇਣ ਵਾਲਾ ਡਿਪਾਰਟਮੈਂਟ ਆ ਗਿਆ, ਨਿਆਂ ਆ ਗਿਆ, ਠੀਕ ਹੈ। ਦੰਡ ਨਾਇਕ ਹੈ ਜੇ, ਤਾਂ ਕਰਕੇ ਇਹਨੂੰ ਆਪਾਂ ਯਾਦ ਰੱਖ ਸਕਦੇ ਹਾਂ ਸੌਖੇ ਤਰੀਕੇ ਨਾਲ ਕਿ ਪੁਲਿਸ ਅਤੇ ਨਿਆਂਇਕ ਵਿਭਾਗ ਦਾ ਮੁਖੀ ਸੀ। ਪ੍ਰੋਧ ਜਾਂ ਪੰਡਤ ਹੁੰਦਾ ਸੀ ਜਿਹੜਾ, ਉਹ ਧਾਰਮਿਕ ਮਾਮਲਿਆਂ ਦਾ ਮੰਤਰੀ ਸੀ। ਮਹਾਅਸ਼ਵਪਤੀ ਹੈ ਜਿਹੜਾ,
ਉਹ ਘੋੜਸਵਾਰ ਸੈਨਾ ਦਾ ਮੁਖੀ ਸੀ। ਜਿਵੇਂ ਅਸ਼ਵ ਘੋੜਾ ਹੁੰਦਾ, ਇੱਥੋਂ ਹਿੰਟ ਲੈ ਲਿਓ ਕਿ ਘੋੜਸਵਾਰ ਸੈਨਾ ਦਾ ਮੁਖੀ ਹੈ ਮਹਾ ਅਸ਼ਵਪਤੀ। ਅੱਗੇ ਦੇਖੋ ਜੀ, ਵੱਡੇ ਅਫਸਰਾਂ ਦੀ ਸ਼੍ਰੇਣੀ ਸੀ ਜਿਹੜੀ, ਉਹਨੂੰ ਕੁਮਾਰ ਮਾਤਿਆ ਕਹਿੰਦੇ ਸੀ। ਜਿਹਦੇ ਵਿੱਚ ਵੱਡੇ ਆਫਿਸਰ ਹੁੰਦੇ ਸੀ, ਭਾਵ ਵੱਡੇ ਅਧਿਕਾਰੀ ਹੁੰਦੇ ਸੀ, ਉਸ ਸ਼੍ਰੇਣੀ ਨੂੰ ਜਾਂ ਉਸ ਗਰੁੱਪ ਨੂੰ ਜਾਂ ਉਸ ਸਮੂਹ ਨੂੰ ਕੁਮਾਰ ਮਾਤਿਆ ਉਹਨਾਂ ਨੂੰ ਕਿਹਾ ਜਾਂਦਾ ਸੀ। ਸਾਰਿਆਂ ਨੂੰ ਕੁਮਾਰ ਮਾਤਿਆ ਉਹਨਾਂ ਦੇ ਨਾਮ ਦੇ ਅੱਗੇ ਲਾਇਆ ਜਾਂਦਾ ਸੀ, ਹੈ ਨਾ। ਅੱਗੇ ਹੈਗਾ ਜੀ, ਨਗਰ ਦੇ ਮੁਖੀ ਨੂੰ ਪਰਮਾਲ ਕਹਿੰਦੇ ਸੀ। ਹੁਣ ਦੇਖੋ, ਪਹਿਲਾਂ ਗ੍ਰਾਮੀਣ ਸੀ, ਜਿਵੇਂ ਆਪਾਂ ਪੜ੍ਹਿਆ ਹਰੀਨ ਦੇ ਟਾਈਮ 'ਤੇ, ਤਾਂ ਇੱਥੇ ਜਿਹੜਾ ਨਗਰ ਦਾ ਮੁਖੀ ਹੈ ਉਹ ਪਰਮਾਲ ਹੈ। ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਸਰਪੰਚ। ਅੱਗੇ ਹੈਗਾ ਜੀ, ਬਿਨਾਂ ਸਬੂਤ ਦੇ ਦੋਸ਼ੀ ਲਈ ਆਰਡੀਅਲ ਪ੍ਰਥਾ ਪ੍ਰਚਲਿਤ ਸੀ। ਆਰਡੀਅਲ ਪ੍ਰਥਾ ਹੈ ਜਿਹੜੀ, ਇਹਦੇ ਵਿੱਚ ਕੀ ਹੈ ਕਿ ਜਦੋਂ ਕੋਈ ਸਬੂਤ ਨਹੀਂ ਦੋਸ਼ੀ ਕੋਲੇ, ਥੋੜ੍ਹਾ ਜਿਹਾ ਇਹਨੂੰ ਧਿਆਨ ਨਾਲ ਸਮਝਣ ਦੀ ਜ਼ਰੂਰਤ ਹੈ ਕਿ ਮੰਨ ਲਓ ਆਪਣੇ ਕੋਲ ਕੋਈ ਸਬੂਤ ਨਹੀਂ, ਪਰ ਉਹਦੇ 'ਤੇ ਬਲੇਮ ਇਹ ਲੱਗ ਗਿਆ ਕਿ ਇਹ ਦੋਸ਼ੀ ਹੈ, ਵੀ ਇੱਕ ਚੋਰ ਹੈ, ਇਹਨੇ ਚੋਰੀ ਕੀਤੀ ਹੈ, ਪਰ ਸਬੂਤ ਕੋਈ ਨਹੀਂ। ਤਾਂ ਕੀ ਹੁੰਦਾ ਸੀ, ਉਹਨੂੰ ਇੱਕ ਪ੍ਰਥਾ ਦੇ ਵਿੱਚੋਂ ਗੁਜ਼ਰਨਾ ਹੁੰਦਾ ਸੀ, ਉਸ ਨੂੰ, ਜਿਹਨੂੰ ਆਰਡੀਅਲ ਪ੍ਰਥਾ ਕਹਿੰਦੇ ਸੀ। ਠੀਕ ਹੈ, ਉਸ ਨੂੰ ਆਰਡੀਅਲ ਪ੍ਰਥਾ ਕਹਿੰਦੇ ਸੀ ਕਿ ਸਾਡੇ ਕੋਲ ਸਬੂਤ ਵੀ ਕੋਈ ਹੈ ਨਹੀਂ, ਠੀਕ ਹੈ ਜੀ, ਪਰ ਇਹ ਦੋਸ਼ੀ ਹੈ। ਤਾਂ ਉਹਨੂੰ ਕਹਿੰਦੇ ਸੀ, ਰਾਜਾ ਕਹਿੰਦਾ ਸੀ, ਚੱਲ ਵੀ ਤੂੰ ਆਹ ਪ੍ਰਥਾ ਦੇ ਥਰੂ ਕੰਮ ਕਰਕੇ ਦਿਖਾ। ਕੰਮ ਕੀ ਹੁੰਦਾ ਸੀ, ਅੱਗ ਦੇ ਵਿੱਚ ਵੜ ਜਾ, ਅੱਗ ਦੇ ਵਿੱਚ ਦੀ ਜੇ ਤੂੰ ਜਿਉਂਦਾ ਲੰਘਿਆ ਤਾਂ ਤੂੰ ਨਿਰਦੋਸ਼ ਹੈ, ਜੇ ਮੱਚ ਗਿਆ ਤਾਂ ਤੂੰ ਦੋਸ਼ੀ ਹੈ। ਠੀਕ ਹੈ, ਪਾਣੀ ਦੇ ਵਿੱਚ ਵੜ ਜਾ, ਜੇ ਡੁੱਬ ਕੇ ਮਰ ਗਿਆ ਤਾਂ ਤੂੰ ਦੋਸ਼ੀ ਹੈ, ਜੇ ਜਿਉਂਦਾ ਆ ਗਿਆ ਤਾਂ ਤੂੰ ਨਿਰਦੋਸ਼ ਹੈ। ਜਾਂ ਉਹਨੂੰ ਜ਼ਹਿਰ ਦੇ ਦਿੰਦੇ ਸੀ। ਠੀਕ ਹੈ, ਵੀ ਆ ਲੈ ਬਈ ਜ਼ਹਿਰ ਖਾ, ਜੇ ਤੂੰ ਨਿਰਦੋਸ਼ ਹੈ ਤਾਂ, ਜੇ ਤੂੰ ਬਚ ਗਿਆ ਤਾਂ ਜਿਹੜਾ ਹੈਗਾ ਤੂੰ ਨਿਰਦੋਸ਼ ਹੈ, ਅਤੇ ਜੇ ਤੂੰ ਮਰ ਗਿਆ ਤਾਂ ਤੂੰ ਦੋਸ਼ੀ ਸੀ। ਭਾਵ ਇਸ ਤਰ੍ਹਾਂ ਦੀ ਪ੍ਰੀਖਿਆ ਜਿਹੜੀ ਕਿ ਆਪਾਂ ਕਹਿ ਸਕਦੇ ਹਾਂ ਕਿ ਸਾਇੰਟੀਫਿਕ ਪ੍ਰੀਖਿਆ ਨਹੀਂ ਸੀ, ਇੱਕ ਟੋਟਲੀ ਕੁਦਰਤ 'ਤੇ ਡਿਪੈਂਡ ਸੀਗੀ, ਹੈ ਨਾ, ਵੀ ਕੁਦਰਤੀ ਤੌਰ 'ਤੇ ਜਿਹੜਾ ਹੈਗਾ ਉਹਨੂੰ ਛੱਡ ਦਿੱਤਾ ਜਾਂਦਾ ਸੀ, ਨੈਚੁਰਲ, ਵੀ ਜਾਂ ਮਰੇ ਜਾਂ ਜੇ ਜੀਵੇ। ਇਸ ਤਰ੍ਹਾਂ ਦੀ ਪ੍ਰਥਾ ਨੂੰ ਜਿਹੜਾ ਹੈਗਾ ਆਰਡੀਅਲ ਪ੍ਰਥਾ ਕਿਹਾ ਜਾਂਦਾ ਸੀ। ਧਿਆਨ 'ਚ ਰੱਖਣ ਵਾਲਾ ਜਿਹੜਾ ਪੁਆਇੰਟ ਹੈ ਇਹ। ਅੱਗੇ ਹੈਗਾ ਜੀ, ਮਨੂੰ ਸਮ੍ਰਿਤੀ ਦੇ ਮੁਤਾਬਕ ਫੈਸਲੇ ਹੁੰਦੇ ਸੀ। ਮਨੂੰ ਸਮ੍ਰਿਤੀ ਹੈ ਜਿਹੜਾ, ਇੱਕ ਮਨੂੰ ਆ ਉਸ ਟਾਈਮ 'ਤੇ, ਇਹ ਗ੍ਰੰਥ ਲਿਖਦਾ ਜਿਹੜਾ ਇਦੋਂ ਪਹਿਲਾਂ ਦੇ ਟਾਈਮ 'ਤੇ, ਆਰੀਅਨ ਦੇ ਟਾਈਮ 'ਤੇ। ਠੀਕ ਹੈ ਜੀ, ਜਿਹਨੂੰ ਮਨੂੰ ਸਮ੍ਰਿਤੀ ਕਿਹਾ ਜਾਂਦਾ। ਟੋਟਲ ਜਿਹੜਾ ਹੈਗਾ ਹਿੰਦੂ ਧਰਮ ਦੀ ਜਿਹੜੀ ਆਈਡੀਓਲੋਜੀ ਹੈ, ਜਿਹੜੀ ਬਾਅਦ 'ਚ ਵੀ ਅਡੋਪਟ ਕਰਦੇ ਆ ਬਹੁਤ ਰਾਜੇ, ਤਾਂ ਇਹ ਮਨੂੰ ਸਮ੍ਰਿਤੀ ਦੇ ਮੁਤਾਬਕ ਫੈਸਲੇ ਲੈਂਦੇ ਸੀਗੇ, ਜਿਹੜੀ ਕਿ ਅਜੋਕੇ ਵਿਗਿਆਨਕ ਯੁੱਗ ਦੇ ਵਿੱਚ, ਅਜੋਕੇ ਯੁੱਗ ਦੇ ਵਿੱਚ ਬਹੁਤ ਹੀ, ਜਿਵੇਂ ਮੰਨ ਲਓ ਆਪਾਂ ਕਹਿ ਸਕਦੇ ਹਾਂ, ਇੱਕ ਪੁਰਾਣੀ ਵਿਵਸਥਾ ਹੈ ਜਿਹੜੀ ਦੇ ਵਿੱਚ ਅਜੋਕੇ ਤੌਰ 'ਤੇ ਆਪਾਂ ਉਹਨੂੰ ਅਡੋਪਟ ਨਹੀਂ ਕਰ ਸਕਦੇ। ਠੀਕ ਹੈ ਜੀ, ਇਹਦੇ ਵਿੱਚ ਕੀ ਹੈ, ਜਿਵੇਂ ਇਸਤਰੀ ਨੂੰ ਬਹੁਤ ਹੀ ਨੀਚਾ ਦਿਖਾਇਆ ਗਿਆ ਸੀ। ਠੀਕ ਹੈ, ਸ਼ੂਦਰਾਂ ਦਾ ਅਪਮਾਨ, ਸਮਾਜ ਦੇ ਵਿੱਚ ਜਾਤੀ ਵੰਡ, ਇਸ ਤਰ੍ਹਾਂ ਦਾ ਜਿਹੜਾ ਹੈਗਾ ਬਹੁਤ ਤਰ੍ਹਾਂ ਦੀਆਂ ਬੁਰਾਈਆਂ ਜਿਹੜੀਆਂ ਇਸ ਵਿਵਸਥਾ ਦੇ ਥਰੂ ਸਮਾਜ ਦੇ ਵਿੱਚ ਫੈਲੀਆਂ। ਤਾਂ ਇਹਦੇ ਮੁਤਾਬਕ ਜਿਹੜੇ ਇਹਨੇ ਹੱਲ ਦੱਸਿਆ ਵੀ ਸਜ਼ਾ ਕਿਵੇਂ ਦੇਣੀ ਹੈ, ਫੈਸਲੇ ਕਿਵੇਂ ਸੁਣਾਉਣੇ ਆ, ਉਹਦੇ ਮੁਤਾਬਕ ਫੈਸਲੇ ਹੁੰਦੇ ਸੀਗੇ। ਅੱਗੇ ਹੈਗਾ ਜੀ, ਬੜੌਚ, ਕੈਂਬੇ, ਜਿਹੜੀਆਂ ਦੋ ਬੰਦਰਗਾਹ ਹੈ, ਇਹਨਾਂ ਦੇ ਰਾਹੀਂ ਭਾਰਤ ਦਾ ਵਪਾਰ ਲੰਕਾ, ਜਾਵਾ, ਸੁਮਾਤਰਾ ਅਤੇ ਚੀਨ ਨਾਲ ਚੱਲਦਾ ਸੀ। ਬੜੌਚ ਅਤੇ ਕੈਂਬੇ ਨਾਂ ਦੀਆਂ ਦੋ ਬੰਦਰਗਾਹ ਹੈ, ਜਿਨ੍ਹਾਂ ਦਾ ਰਾਹੀਂ ਵਪਾਰ ਹੈ ਜਿਹੜਾ ਭਾਰਤ ਦਾ, ਉਹ ਲੰਕਾ, ਜਾਵਾ, ਸੁਮਾਤਰਾ ਅਤੇ ਚੀਨ ਨਾਲ ਹੁੰਦਾ ਸੀ। ਭਾਰਤ ਵਿਦੇਸ਼ਾਂ ਨੂੰ ਕੀ ਭੇਜਦਾ ਸੀ, ਹੁਣ ਦੇਖੋ, ਭਾਰਤ ਵਿਦੇਸ਼ਾਂ ਨੂੰ ਗੁਪਤਾਂ ਦੇ ਟਾਈਮ 'ਤੇ ਸੂਤੀ ਕੱਪੜਾ, ਗਰਮ ਮਸਾਲੇ, ਸੂਤੀ ਕੱਪੜਾ, ਗਰਮ ਮਸਾਲੇ, ਦਵਾਈਆਂ, ਨਾਰੀਅਲ, ਕੇਸਰ, ਸੰਦਲ, ਨੀਲ, ਲੱਕੜੀ, ਹਾਥੀ ਦੰਦ ਆਦਿ ਭੇਜਦਾ ਸੀ। ਠੀਕ ਹੈ ਜੀ, ਸੂਤੀ ਕੱਪੜਾ, ਗਰਮ ਮਸਾਲੇ, ਦਵਾਈਆਂ, ਨਾਰੀਅਲ, ਕੇਸਰ, ਸੰਦਲ, ਜਿਹਨੂੰ ਆਪਾਂ ਮੌਜੂਦਾ ਤੌਰ 'ਤੇ ਰੂਹ ਅਫਜ਼ਾ ਵੀ ਕਹਿ ਸਕਦੇ ਹਾਂ, ਠੀਕ ਹੈ, ਉਹਦੇ ਵਿੱਚੋਂ ਨਿਕਲੀ ਹੋਈ ਚੀਜ਼ ਹੈ। ਨੀਲ ਅਤੇ ਲੱਕੜੀ, ਹਾਥੀ ਦੰਦ, ਇਹ ਚੀਜ਼ਾਂ ਵਿਦੇਸ਼ਾਂ ਨੂੰ ਭੇਜਦਾ ਸੀ ਭਾਰਤ, ਜਿਨ੍ਹਾਂ ਨਾਲ ਵਪਾਰ ਕਰਦਾ ਸੀ। ਅਤੇ ਉਹਨਾਂ ਤੋਂ ਕੀ ਆਉਂਦਾ ਸੀ, ਜਿਵੇਂ ਸੋਨਾ, ਚਾਂਦੀ, ਤਾਂਬਾ, ਸ਼ੀਸ਼ਾ, ਰੇਸ਼ਮ, ਘੋੜੇ, ਇਹ ਸਾਰਾ ਜਿਹੜਾ ਭਾਰਤ ਆ ਉਹ ਵਿਦੇਸ਼ਾਂ ਤੋਂ ਆਯਾਤ ਕਰਦਾ ਸੀ, ਦਰਾਮਦ ਕਰਦਾ ਸੀ, ਵਿਦੇਸ਼ਾਂ ਤੋਂ ਲੈਂਦਾ ਸੀ, ਜਾਂ ਤਾਂ ਇਹਨਾਂ ਦੇ ਵਪਾਰ ਦੇ ਬਦਲੇ ਵਪਾਰ ਹੋ ਜਾਂਦਾ ਸੀ। ਠੀਕ ਹੈ, ਮੋਸਟਲੀ ਜ਼ਿਆਦਾਤਰ ਇਹੀ ਹੁੰਦਾ ਸੀ ਕਿ ਮਸਾਲੇ ਆ ਜਿਹੜੇ, ਜਾਂ ਜਿਹੜੇ ਨਾਰੀਅਲ ਹੈ, ਜਾਂ ਇੱਥੋਂ ਦੀਆਂ ਦੇਸੀ ਆਯੁਰਵੈਦਿਕ ਦਵਾਈਆਂ, ਨੀਲ ਹੈ, ਇਹਨਾਂ ਦੇ ਬਦਲੇ ਸਾਨੂੰ ਉਹ ਸੋਨਾ ਚਾਂਦੀ ਦੇ ਦਿੰਦੇ ਸੀ। ਠੀਕ ਹੈ, ਤਾਂਬਾ, ਸ਼ੀਸ਼ਾ, ਰੇਸ਼ਮ ਹੈ ਜਿਹੜਾ, ਜਾਂ ਇਹ ਘੋੜਿਆਂ ਦਾ ਵਪਾਰ ਐਵੇਂ ਚੱਲਦਾ ਹੁੰਦਾ ਸੀ, ਅਦਲਾ ਬਦਲੀ ਦਾ। ਸੋ ਅੱਗੇ ਜਿਹੜਾ ਹੈਗਾ ਆਪਣਾ ਇਹ ਲੈਸਨ ਹੈ ਇੱਥੇ ਸਮਾਪਤ ਹੋ ਜਾਂਦਾ। ਇਹਦੇ ਵਿੱਚ ਕੀ ਹੈ ਜੀ, ਗੁਪਤ ਸਾਮਰਾਜ ਦੇ ਵਿੱਚ ਬਹੁਤ ਵੱਡੇ ਪੱਧਰ 'ਤੇ ਜਿਹੜਾ ਹੈਗਾ ਸਮਾਜਿਕ ਬਦਲਾਅ ਆਉਂਦਾ ਹੈ। ਜਨਰਲ ਨੌਲੇਜ ਵਾਸਤੇ ਤੁਹਾਨੂੰ ਦੱਸ ਰਿਹਾ ਕਿ ਇਸ ਟਾਈਮ 'ਤੇ ਜਿਹੜਾ ਹੈਗਾ ਸਮਾਜਿਕ ਤੌਰ 'ਤੇ ਬਹੁਤ ਵੱਡਾ ਬਦਲਾਅ ਆਉਂਦਾ। ਸਮਾਜਿਕ ਜਿਹੜਾ ਢਾਂਚਾ ਹੈ ਉਹਦੇ ਵਿੱਚ ਬਹੁਤ ਬੁਰਾਈਆਂ ਆਉਂਦੀਆਂ ਹੈ। ਸੁਨਹਿਰੀ ਯੁੱਗ, ਗੋਲਡਨ ਪੀਰੀਅਡ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਰਥਿਕ ਤੌਰ 'ਤੇ ਭਾਰਤ ਹੈ ਜਿਹੜਾ ਉਹ ਬਹੁਤ ਤਰੱਕੀ ਕਰਦਾ ਹੈ, ਸਿਖਰਾਂ ਤੱਕ ਪਹੁੰਚਦਾ ਹੈ। ਠੀਕ ਹੈ, ਭਾਰਤ ਦੀ ਜਿਹੜੀ ਇੱਕ ਤਰ੍ਹਾਂ ਨਾਲ ਲਸ਼ਕ ਹੈ ਜਿਹੜੀ, ਉਹ ਕਾਫੀ ਸਦੀਆਂ ਬਾਅਦ ਫਿਰ ਚਮਕਦੀ ਹੈ, ਚਮਕ ਦਮਕ ਬਣਦੀ ਹੈ। ਪਰ ਇਹਦੇ ਵਿੱਚ ਸਮਾਜਿਕ ਤੌਰ 'ਤੇ ਬਹੁਤ ਬੁਰਾਈਆਂ ਆ ਜਾਂਦੀਆਂ। ਜਾਤੀਵਾਦ ਹੈ ਜਿਹੜਾ,
ਠੀਕ ਹੈ ਜੀ। ਜਾਂ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਵਿਧਵਾ ਵਿਆਹ ਵਾਲੀਆਂ ਜਿਹੜੀਆਂ ਹੈਗੀਆਂ ਸਤੀ ਪ੍ਰਥਾ ਵਾਲੀਆਂ ਜਿਹੜੀਆਂ ਹੈਗੀਆਂ ਇਹੋ ਜਿਹੀਆਂ ਬੁਰਾਈਆਂ, ਤਰ੍ਹਾਂ ਤਰ੍ਹਾਂ ਦੀਆਂ ਬੁਰਾਈਆਂ ਜਿਹੜੀਆਂ ਉਹ ਸਮਾਜ ਦੇ ਵਿੱਚ ਆ ਜਾਂਦੀਆਂ, ਜਿਹਦੇ ਕਰਕੇ ਅੱਗੇ ਫਿਰ ਸਮਾਜ ਜਿਹੜਾ ਹੈਗਾ ਹੋਰ ਹੌਲੀ ਹੌਲੀ ਉਹਦੇ ਵਿੱਚ ਗਰਕਦਾ ਜਾਂਦਾ। ਅਤੇ ਮੌਜੂਦਾ ਦੌਰ ਦੇ ਵਿੱਚ ਵੀ ਭਾਰਤ ਦੇ ਵਿੱਚ ਜਾਤੀਵਾਦ ਹੈ ਜਿਹੜਾ ਉਹ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਜੇ ਆਪਾਂ ਦੇਖੀਏ ਅੱਜ ਦੇ ਦੌਰ ਦੇ ਵਿੱਚ ਵੀ। ਸੋ ਇਹ ਆਪਣਾ ਲੈਸਨ ਸੀ ਅੱਜ ਦਾ। ਤੁਸੀਂ ਸਾਡਾ ਚੈਨਲ ਹੈ ਜਿਹੜਾ ਇਹਨੂੰ ਸਬਸਕ੍ਰਾਈਬ ਕਰੋ ਜੇ ਹਜੇ ਤੱਕ ਨਹੀਂ ਕੀਤਾ, ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਸਮੇਂ-ਸਮੇਂ 'ਤੇ ਨੋਟੀਫਿਕੇਸ਼ਨ ਮਿਲਦਾ ਰਹੇ। ਸਾਡੇ ਨਾਲ ਜਿਹੜਾ ਹੈਗਾ ਅਟੈਚ ਹੋਣ ਦੇ ਲਈ, ਨੋਟਸ ਪ੍ਰਾਪਤੀ ਦੇ ਲਈ ਤੁਸੀਂ ਸਾਡਾ ਟੈਲੀਗ੍ਰਾਮ ਲਿੰਕ ਹੈ ਜਿਹੜਾ ਉਹ 'ਤੇ ਜਾ ਕੇ ਚੈਨਲ ਨੂੰ ਜੁਆਇਨ ਕਰ ਸਕਦੇ ਹੋ, ਟੈਲੀਗ੍ਰਾਮ ਚੈਨਲ ਨੂੰ, ਜਿਹਦੇ ਵਿੱਚ ਤੁਹਾਨੂੰ ਨੋਟਸ ਅਤੇ ਹੋਰ ਜਿਹੜੀਆਂ ਕਰੰਟ ਜੀਕੇ ਜਾਂ ਕੋਈ ਵੀ ਇਨਫੋਰਮੇਸ਼ਨ ਮਿਲਦੀ ਹੈ ਉਸ ਚੈਨਲ ਦੇ ਥਰੂ ਤੁਹਾਨੂੰ ਟੈਲੀਗ੍ਰਾਮ ਦੇ ਵਿੱਚ ਮਿਲੀ ਜਾਇਆ ਕਰੂਗੀ। ਸਾਰਿਆਂ ਨੂੰ ਜਿਹੜਾ ਹੈਗਾ ਇੱਕ ਵਾਰ ਫਿਰ ਕਿਹਾ ਜਾਂਦਾ ਹੈ ਕਿ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਥੈਂਕ ਯੂ।